ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਫਿਰ ਤੁਹਾਡੇ ਲਈ ਇੱਕ ਹੋਰ ਨਵੀਂ ਕਹਾਣੀ ਲੈ ਕੇ। ਸਾਡੇ ਮੁਹੱਲੇ 'ਚ ਇੱਕ ਗੂੰਗਾ ਮੁੰਡਾ ਆਉਂਦਾ ਸੀ, ਜਿਸ 'ਤੇ ਪੂਰੇ ਮੁਹੱਲੇ ਦੀਆਂ ਔਰਤਾਂ ਮਰਦੀਆਂ ਸਨ ਤੇ ਉਸ ਨਾਲ ਵਿਆਹ ਕਰਨਾ ਚਾਹੁੰਦੀਆਂ ਸਨ। ਮੈਂ ਹੈਰਾਨ ਸੀ ਕਿ ਇਸ ਗੂੰਗੇ ਲੜਕੇ 'ਚ ਇਸ ਤਰ੍ਹਾਂ ਦਾ ਕੀ ਹੈ ਜੋ ਮੁਹੱਲੇ ਦੀਆਂ ਸਾਰੀਆਂ ਔਰਤਾਂ ਉਸ ਦੀਆਂ ਦੀਵਾਨੀਆਂ ਹਨ। ਫਿਰ ਮੇਰੇ ਨਾਲ ਕੁਝ ਇਸ ਤਰ੍ਹਾਂ ਹੋਇਆ ਕਿ ਮੇਰਾ ਵਿਆਹ ਉਸ ਗੂੰਗੇ ਮੁੰਡੇ ਨਾਲ ਹੋ ਗਿਆ। उस रात वो गूंगा मेरे कमरे च आया तो उसनू देख के मैं चक्कर खा के डिग पई, क्योंकि वो था। आज फिर मैं अपने कमरे का दरवाज़ा बंद करके ऊंची ऊंची रो रही सी। मेरे रोंदी आवाज़ बाहर मेरी माँ तक जा रही सी। मेरी माँ रोंदी आवाज़ सुन के मेरे कमरे का दरवाज़ा खड़का रही सी ते कह रही सी, सोनल बेटा दरवाज़ा खोल ते साडी गल सुन। मैं माँ दी गल किवें मनदी, क्योंकि माँ ते भरा दोवें मिल के मेरा विआह मेरे तो 15 साल ਵੱਡੇ ਤੇ 3 ਬੱਚਿਆਂ ਦੇ ਬਾਪ ਨਾਲ ਕਰ ਰਹੇ ਸੀ। ਮੇਰੀ ਅਜੇ ਉਮਰ ਹੀ ਕੀ ਸੀ, ਮੈਂ ਅਜੇ 20 ਸਾਲ ਦੀ ਸੀ। ਮੇਰੇ ਪਾਪਾ ਤੋਂ ਬਾਅਦ ਮੇਰੇ ਭਰਾ ਤੇ ਮੈਂ ਇੰਨਾ ਵੱਡਾ ਬੋਝ ਬਣ ਗਈ ਸੀ ਕਿ ਜੋ ਉਹ ਹੁਣ ਇੰਨੀ ਜਲਦੀ ਬੋਝ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਮੇਰੀ ਮਾਂ ਨੂੰ ਰੋ ਰੋ ਕੇ ਬਹੁਤ ਸਮਝਾਇਆ, ਪਰ ਮੇਰੀ ਮਾਂ ਵੀਰੇ ਦੀ ਇਸ ਸਾਈਡ ਲੈ ਰਹੀ ਸੀ। ਕਹਿਣ ਲੱਗੀ, ਮੁੰਡਾ ਕਾਫੀ ਅਮੀਰ ਹੈ, ਤੂੰ ਉੱਥੇ ਬਹੁਤ ਖੁਸ਼ ਰਹੇਂਗੀ। ਉਹ ਮੇਰੇ ਵੀਰੇ ਦਾ ਬਹੁਤ ਚੰਗਾ ਦੋਸਤ ਸੀ। ਉਸਦੀ ਘਰਵਾਲੀ ਦੀ ਮੌਤ 4 ਸਾਲ ਪਹਿਲਾਂ ਇੱਕ ਰੇਲ ਹਾਦਸੇ 'ਚ ਹੋ ਗਈ ਸੀ ਤੇ ਉਹ ਆਪਣੇ ਛੋਟੇ ਬੱਚਿਆਂ ਲਈ ਵਿਆਹ ਕਰਨਾ ਚਾਹੁੰਦਾ ਸੀ। ਉਹ ਆਪਣੀ ਘਰਵਾਲੀ ਨੂੰ ਬਹੁਤ ਪਿਆਰ ਕਰਦਾ ਸੀ। ਉਸਨੂੰ ਦੂਜਾ ਵਿਆਹ ਕਰਨ ਦਾ ਸ਼ੌਂਕ ਨਹੀਂ ਸੀ, ਬਸ ਬੱਚਿਆਂ ਲਈ ਦੂਜਾ ਵਿਆਹ ਕਰਨਾ ਚਾਹੁੰਦਾ ਸੀ ਜੋ ਉਸਦੇ ਬੱਚਿਆਂ ਨੂੰ ਸੰਭਾਲ ਸਕੇ। ਮੇਰਾ ਭਰਾ ਤੇ ਮੇਰੀ ਮਾਂ ਉਸਦੀ ਦੌਲਤ ਦੇਖ ਕੇ ਲਾਲਚ ਆ ਚੁੱਕੇ ਸੀ ਕਿ ਜੇਕਰ ਮੈਂ ਵਿਆਹੀ ਕਰਾਂਗੀ ਤਾਂ ਸਾਰੀ ਦੌਲਤ ਮੇਰੀ ਮਾਂ ਤੇ ਭਰਾ ਨੂੰ ਲਿਆ ਕੇ ਦੇਵਾਂਗੀ। ਮੈਂ ਇਸ ਤਰ੍ਹਾਂ ਦੀ ਕੁੜੀ ਬਿਲਕੁਲ ਨਹੀਂ ਸੀ। ਮੇਰੇ 'ਚ ਪੈਸੇ ਦਾ ਜ਼ਰਾ ਵੀ ਲਾਲਚ ਨਹੀਂ ਸੀ। ਮੈਂ ਉਸ ਨਾਲ ਵਿਆਹ ਕਰਨਾ ਵੀ ਨਹੀਂ ਚਾਹੁੰਦੀ ਸੀ, ਕਿਉਂਕਿ ਮੈਂ ਆਪਣੇ ਕਾਲਜ ਦੇ ਇੱਕ ਲੜਕੇ ਸੰਦੀਪ ਨਾਲ ਬਹੁਤ ਪਿਆਰ ਕਰਦੀ ਸੀ। ਮੇਰੇ ਭਰਾ ਨੂੰ ਵੀ ਸੰਦੀਪ ਬਾਰੇ ਪਤਾ ਸੀ, ਪਰ ਸੰਦੀਪ ਮੇਰੇ ਭਰਾ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਵੀਰਾ ਤੇ ਮੇਰੀ ਮਾਂ ਨੂੰ ਮੈਂ ਸੰਦੀਪ ਬਾਰੇ ਦੱਸ ਰੱਖਿਆ ਸੀ ਕਿ ਮੈਂ ਵਿਆਹ ਕਰਾਂਗੀ ਤਾਂ ਸੰਦੀਪ ਨਾਲ ਕਰਾਂਗੀ, ਪਰ ਵੀਰਾ ਇਸ ਗੱਲ ਨੂੰ ਮੰਨ ਨਹੀਂ ਰਿਹਾ ਸੀ। ਉਹ ਕਹਿੰਦਾ ਸੀ ਕਿ ਮੈਂ ਤੇਰਾ ਵਿਆਹ ਆਪਣੇ ਦੋਸਤ ਨਾਲ ਨਹੀਂ ਕਰਵਾਵਾਂਗਾ। ਜਦੋਂ ਅੱਜ ਫਿਰ ਵੀਰੇ ਨੇ ਆਪਣੇ ਦੋਸਤ ਨਾਲ ਵਿਆਹ ਦੀ ਗੱਲ ਕੀਤੀ ਤਾਂ ਮੈਂ ਦਰਵਾਜ਼ਾ ਬੰਦ ਕਰਕੇ ਖੁਦ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗੀ। ਮੇਰੀਆਂ ਚੀਖਾਂ ਦੀ ਆਵਾਜ਼ ਸੁਣ ਕੇ ਮੁਹੱਲੇ ਦੀਆਂ ਕਾਫੀ ਔਰਤਾਂ ਇਕੱਠੀਆਂ ਹੋ ਗਈਆਂ ਤੇ ਤਮਾਸ਼ਾ ਦੇਖਣ ਲੱਗੀਆਂ। ਇਸ ਲਈ ਮੇਰੀ ਮਾਂ ਕਮਰੇ 'ਚ ਆ ਗਈ ਤੇ ਮੈਨੂੰ ਇੱਕ ਜ਼ੋਰ ਦੀ ਥੱਪੜ ਜੜ ਦਿੱਤਾ। ਮੈਂ ਮਾਂ ਨੂੰ ਕਿਹਾ ਕਿ ਤੁਸੀਂ ਜਿੰਨਾ ਚਾਹੇ ਮੈਨੂੰ ਮਾਰੋ, ਪਰ ਮੈਂ ਤੁਹਾਡੀ ਗੱਲ ਕਦੇ ਵੀ ਨਹੀਂ ਮੰਨਾਂਗੀ। ਮੈਂ ਵਿਆਹ ਕਰਾਂਗੀ ਤਾਂ ਸਿਰਫ ਸੰਦੀਪ ਨਾਲ ਹੀ ਕਰਾਂਗੀ। ਮੇਰੀ ਮਾਂ ਮੇਰੀ ਜ਼ਿੱਦ ਤੇ ਹਰਕਤਾਂ ਦੇਖ ਕੇ ਹਾਰ ਗਈ ਤੇ ਮੈਨੂੰ ਕਿਹਾ, ਅੱਜ ਹੀ ਸੰਦੀਪ ਨੂੰ ਬੁਲਾ ਤੇ ਚੁੱਪਚਾਪ ਵਿਆਹ ਕਰਕੇ ਇੱਥੋਂ ਚਲੀ ਜਾ। ਮੈਂ ਤੇਰਾ ਵਿਆਹ ਧੂਮਧਾਮ ਨਾਲ ਨਹੀਂ ਕਰ ਸਕਦੀ। ਤੂੰ ਆਪਣੀ ਮਨਮਾਨੀ ਕਰਨੀ ਹੈ ਤੇ ਤੈਨੂੰ ਮੇਰੇ ਤੇ ਆਪਣੇ ਭਰਾ ਦੀ ਇੱਜ਼ਤ ਦੀ ਬਿਲਕੁਲ ਪਰਵਾਹ ਨਹੀਂ, ਤਾਂ ਸਾਨੂੰ ਵੀ ਤੇਰੀ ਕੋਈ ਲੋੜ ਨਹੀਂ ਹੈ। ਮੈਂ ਅੱਜ ਤੇਰੇ ਨਾਲੋਂ ਸਾਰੇ ਨਾਤੇ ਖਤਮ ਕਰਦੀ ਹਾਂ। ਅੱਜ ਤੋਂ ਮੈਂ ਤੇਰੀ ਮਾਂ ਨਹੀਂ ਤੇ ਨਾ ਹੀ ਤੂੰ ਮੇਰੀ ਧੀ। ਮੇਰੇ ਘਰੋਂ ਵਿਦਾ ਹੋ ਕੇ ਚਲੀ ਜਾ ਤੇ ਕਦੇ ਵੀ ਇੱਥੇ ਮੁੜ ਕੇ ਨਾ ਆਵੀਂ। ਮੈਂ ਸੋਚ ਲਿਆ, ਆਖਰ ਕੁੜੀਆਂ ਨੂੰ ਵੀ ਆਪਣੀ ਪਸੰਦ ਦਾ ਵਿਆਹ ਕਰਨ ਦਾ ਹੱਕ ਹੈ। ਮੈਂ ਇਹੀ ਸੋਚ ਕੇ ਸੰਦੀਪ ਨੂੰ ਬੁਲਾ ਲਿਆ। ਮੇਰੇ ਘਰ ਵਾਲੇ ਮੰਨ ਗਏ ਤਾਂ ਕੁਝ ਸਮੇਂ ਬਾਅਦ खुद ही नाराजगी खत्म हो जाएगी। बस एक बार संदीप नाल मेरा विआह हो जाए। मेरी माँ ने मेरे भरा नाल भी गल कर ली तां मेरे भरा ने भी मेरे नालों सारे रिश्ते खत्म करन दा फैसला कर लिया ते कहा कि जल्दी संदीप नूं बुला ते साडे घरों विदा होके चली जा। मैं संदीप नूं फोन किया। संदीप ने कहा, मैं अपने घर वालियां नूं मनाउण दी कोशिश कर रहा हाँ। मैं ਉਹਨਾਂ ਨੂੰ ਲੈ ਕੇ ਤੁਹਾਡੇ ਘਰ ਆ ਜਾਵਾਂਗਾ ਤੇ ਅਸੀਂ ਵਿਆਹ ਕਰ ਲਵਾਂਗੇ। ਇਸ ਗੱਲ ਨੂੰ 4 ਦਿਨ ਲੰਘ ਗਏ, ਪਰ ਸੰਦੀਪ ਦੇ ਘਰ ਵਾਲੇ ਨਾ ਮੰਨੇ। ਮੇਰੇ ਵੀਰੇ ਨੇ ਵੀ ਆਪਣੇ ਦੋਸਤ ਨੂੰ ਨਾ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਮੇਰੀ ਭੈਣ ਵਿਆਹ ਲਈ ਨਹੀਂ ਮੰਨ ਰਹੀ ਹੈ, ਤੂੰ ਕੋਈ ਹੋਰ ਕੁੜੀ ਦੇਖ ਲੈ। ਹੁਣ ਮੈਨੂੰ ਚਿੰਤਾ ਹੋਣ ਲੱਗੀ ਸੀ ਕਿ ਕਿਤੇ ਸੰਦੀਪ ਮੈਨੂੰ ਧੋਖਾ ਤਾਂ ਨਹੀਂ ਦੇ ਰਿਹਾ। ਜੇਕਰ ਸੰਦੀਪ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਤਾਂ ਮੈਂ ਆਪਣੀ ਮਾਂ ਤੇ ਵੀਰੇ ਨਾਲ ਨਜ਼ਰਾਂ ਨਹੀਂ ਮਿਲਾ ਸਕਾਂਗੀ। ਮੈਨੂੰ ਆਪਣੇ ਪਿਆਰ ਤੇ ਪੂਰਾ ਯਕੀਨ ਸੀ ਜੋ ਮੈਨੂੰ ਹੁਣ ਟੁੱਟਦਾ ਹੋਇਆ ਨਜ਼ਰ ਆ ਰਿਹਾ ਸੀ। 2 ਦਿਨ ਬਾਅਦ ਸੰਦੀਪ ਦਾ ਨੰਬਰ ਮਿਲਾਇਆ ਤਾਂ ਨੰਬਰ ਬੰਦ ਆ ਰਿਹਾ ਸੀ। ਮੈਨੂੰ ਹੋਰ ਡਰ ਲੱਗਣ ਲੱਗਿਆ।
ਮੈਂ ਆਪਣੇ ਸਾਰੇ ਦੋਸਤਾਂ ਨੂੰ ਕਾਲ ਕਰਕੇ ਸੰਦੀਪ ਬਾਰੇ ਪੁੱਛਿਆ, ਜਿਨ੍ਹਾਂ ਨੂੰ ਮੇਰੇ ਤੇ ਸੰਦੀਪ ਬਾਰੇ ਪਤਾ ਸੀ, ਪਰ ਸਾਰੇ ਸੰਦੀਪ ਬਾਰੇ ਨਹੀਂ ਜਾਣਦੇ ਸੀ। ਸੰਦੀਪ ਨੇ ਮੈਨੂੰ ਮਨਾ ਕਰ ਰੱਖਿਆ ਸੀ ਘਰ ਵਾਲੇ ਨੰਬਰ ਤੇ ਕਾਲ ਕਰਨ ਨੂੰ, ਚਾਹੇ ਕੁਝ ਵੀ ਹੋ ਜਾਵੇ, ਕਿੰਨੀ ਵੀ ਐਮਰਜੈਂਸੀ ਕਿਉਂ ਨਾ ਹੋਵੇ, ਪਰ ਕਦੇ ਵੀ ਮੇਰੇ ਘਰ ਦੇ ਨੰਬਰ ਤੇ ਫੋਨ ਨਾ ਕਰੇ। ਪਰ ਇਸ ਵਾਰ ਮੈਂ ਬਹੁਤ ਹੀ ਮਜਬੂਰ ਹੋ ਗਈ ਸੀ। ਮੈਨੂੰ ਸੰਦੀਪ ਦੇ ਘਰ ਦਾ ਨੰਬਰ ਮਿਲਾਉਣਾ ਹੀ ਪਿਆ। ਜਿਵੇਂ ਹੀ ਮੈਂ ਸੰਦੀਪ ਦੇ ਘਰ ਕਾਲ ਕੀਤੀ ਤਾਂ ਉਸਦੀ ਮਾਂ ਨੇ ਫੋਨ ਚੁੱਕਿਆ। ਮੈਂ ਉਹਨਾਂ ਤੋਂ ਸੰਦੀਪ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ, ਤੂੰ ਕੌਣ ਹੈ? ਮੈਂ ਉਹਨਾਂ ਨੂੰ ਦੱਸਿਆ ਕਿ ਆਂਟੀ, ਮੈਂ ਸੋਨਲ ਗੱਲ ਕਰ ਰਹੀ ਹਾਂ, ਮੈਂ ਸੰਦੀਪ ਨਾਲ ਗੱਲ ਕਰਨੀ ਹੈ। ਉਹਨਾਂ ਦੱਸਿਆ ਕਿ ਸੰਦੀਪ ਤਾਂ 3 ਦਿਨ ਪਹਿਲਾਂ ਮੁੰਬਈ ਲਈ ਇੱਥੋਂ ਗਿਆ ਹੈ ਤੇ ਅੱਜ ਉਸਦੀ ਅਮਰੀਕਾ ਦੀ ਫਲਾਈਟ ਸੀ। ਉਹ ਤਾਂ ਜਾ ਚੁੱਕਿਆ ਹੋਵੇਗਾ। ਮੈਂ ਸੰਦੀਪ ਦੀ ਮਾਂ ਨੂੰ ਕਿਹਾ, ਸੰਦੀਪ ਭਲਾ ਅਮਰੀਕਾ ਕਿਉਂ ਗਿਆ ਹੈ? ਉਸਨੇ ਤਾਂ ਮੈਨੂੰ ਕੁਝ ਵੀ ਨਹੀਂ ਦੱਸਿਆ ਕਿ ਉਹ ਅਮਰੀਕਾ ਜਾਣ ਵਾਲਾ ਹੈ। ਤਾਂ ਉਹ ਅਚਾਨਕ ਕਿਵੇਂ ਅਮਰੀਕਾ ਚਲਾ ਗਿਆ? ਕੀ ਕੋਈ ਜ਼ਰੂਰੀ ਕੰਮ ਆ ਗਿਆ ਸੀ? ਤਾਂ ਸੰਦੀਪ ਦੀ ਮਾਂ ਨੇ ਮੈਨੂੰ ਦੱਸਿਆ ਕਿ ਸੰਦੀਪ ਨੌਕਰੀ ਲਈ ਗਿਆ ਹੈ। ਇਹ ਸੁਣ ਮੇਰਾ ਦਿਮਾਗ ਕੰਮ ਕਰਨਾ ਛੱਡ ਗਿਆ। ਸੰਦੀਪ ਨੇ ਮੈਨੂੰ ਇੰਨਾ ਵੱਡਾ ਝੂਠ ਬੋਲਿਆ। ਮੈਂ ਆਪਣੇ ਘਰ ਵਾਲਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੇ ਕਿਹਾ ਸੀ ਕਿ ਜਦੋਂ ਮੇਰੇ ਘਰ ਦੇ ਮੰਨ ਜਾਣਗੇ ਤਾਂ ਮੈਂ ਉਹਨਾਂ ਨੂੰ ਤੁਹਾਡੇ ਘਰ ਲੈ ਆਵਾਂਗਾ ਤੇ ਅਸੀਂ ਜਲਦੀ ਹੀ ਵਿਆਹ ਕਰ ਲਵਾਂਗੇ। ਉਹ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਸੀ, ਇਸ ਲਈ ਗੱਲ ਨੂੰ ਟਾਲ ਮਟੋਲ ਕਰ ਰਿਹਾ ਸੀ। ਮੈਂ ਟੁੱਟ ਕੇ ਬਿਖਰ ਗਈ ਸੀ। ਸੰਦੀਪ ਨੇ ਮੇਰੀ ਮੁਹੱਬਤ ਦਾ ਮਜ਼ਾਕ ਬਣਾ ਦਿੱਤਾ ਸੀ। ਮੈਂ ਆਪਣੀ ਮਾਂ ਤੇ ਭਰਾ ਨੂੰ ਕੀ ਮੂੰਹ ਦਿਖਾਵਾਂਗੀ? ਫਿਰ ਸੋਚ ਕੇ ਮੈਨੂੰ ਬਹੁਤ ਡਰ ਲੱਗ ਰਿਹਾ ਸੀ, ਕਿਉਂਕਿ ਵੀਰੇ ਨੇ ਆਪਣੇ ਦੋਸਤ ਨਾਲ ਪਹਿਲਾਂ ਹੀ ਮੇਰਾ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੈਂ ਹੁਣ ਸੰਦੀਪ ਦੇ ਧੋਖੇ ਬਾਰੇ ਸੋਚ ਕੇ ਦਿਨ ਰਾਤ ਰੋਂਦੀ ਰਹਿੰਦੀ ਸੀ, ਕਿਉਂਕਿ ਮੇਰੇ ਕੋਲ ਰੋਣ ਤੋਂ ਇਲਾਵਾ ਕੁਝ ਵੀ ਨਹੀਂ ਸੀ। ਵੀਰੇ ਨੇ ਮੇਰੀ ਪੜ੍ਹਾਈ ਵਿੱਚ ਛੁਡਵਾ ਦਿੱਤੀ ਸੀ ਤੇ ਮੇਰਾ ਹਮੇਸ਼ਾ ਲਈ ਘਰੋਂ ਬਾਹਰ ਜਾਣਾ ਬੰਦ ਕਰ ਦਿੱਤਾ ਸੀ, ਕਿਉਂਕਿ ਮੈਂ ਸੰਦੀਪ ਨਾਲ ਹਮੇਸ਼ਾ ਹੋਟਲ ਕੈਫੇ ਤੇ ਮਿਲਦੀ ਸੀ ਤੇ ਮੇਰੇ ਵੀਰੇ ਨੂੰ ਇਹਨਾਂ ਸਭ ਚੀਜ਼ਾਂ ਤੋਂ ਨਫ਼ਰਤ ਸੀ। ਇਸ ਲਈ ਉਹਨਾਂ ਨੇ ਮੇਰਾ ਬਾਹਰ ਜਾਣਾ ਬੰਦ ਕਰ ਦਿੱਤਾ ਸੀ। ਮੈਂ ਹੁਣ ਆਪਣੀ ਮਾਂ ਨੂੰ ਦੱਸਣ ਹੀ ਵਾਲੀ ਸੀ ਕਿ ਗਵਾਂਢਣ ਦੀ ਇੱਕ ਆਂਟੀ ਤੋਂ ਮਾਂ ਨੂੰ ਇਹ ਗੱਲ ਪਤਾ ਲੱਗ ਗਈ ਕਿ ਸੰਦੀਪ ਦੇਸ਼ ਛੱਡ ਕੇ ਇੱਥੋਂ ਚਲਾ ਗਿਆ ਹੈ। ਉਸਨੇ ਮੈਨੂੰ ਬਹੁਤ ਵੱਡਾ ਧੋਖਾ ਦਿੱਤਾ ਹੈ। ਮੈਨੂੰ ਨਹੀਂ ਪਤਾ ਸੀ ਕਿ ਸੰਦੀਪ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਿਹਾ ਸੀ। ਮੈਂ ਜਾ ਕੇ ਆਪਣੀ ਮਾਂ ਨੂੰ ਕਿਹਾ, ਸੰਦੀਪ ਨੇ ਮੈਨੂੰ ਧੋਖਾ ਦਿੱਤਾ ਹੈ। ਹੁਣ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਵਿਆਹ ਕਰਨ ਲਈ ਤਿਆਰ ਹਾਂ। ਮੇਰੀ ਮਾਂ ਨੇ ਮੇਰੇ ਮੂੰਹ ਤੇ ਇੱਕ ਜ਼ੋਰ ਦੀ ਥੱਪੜ ਮਾਰਿਆ ਤੇ ਕਹਿਣ ਲੱਗੀ, ਤੂੰ ਉਸ ਧੋਖੇਬਾਜ਼ ਦੇ ਚੱਕਰ 'ਚ ਮੇਰੀ ਤੇ ਆਪਣੇ ਵੀਰੇ ਦੀ ਇੱਜ਼ਤ ਨੂੰ ਮਿੱਟੀ 'ਚ ਮਿਲਾ ਦਿੱਤਾ। ਤੂੰ ਸਾਡੇ ਬਾਰੇ ਥੋੜਾ ਜਿਹਾ ਵੀ ਸੋਚ ਲੈਂਦੀ ਤਾਂ ਇਹ ਦਿਨ ਨਾ ਦੇਖਣਾ ਪੈਂਦਾ। ਹੁਣ ਮੈਂ ਮੁਹੱਲੇ ਵਾਲਿਆਂ ਦੇ ਸਾਹਮਣੇ ਕਿਵੇਂ ਆਪਣਾ ਸਿਰ ਉੱਚਾ ਕਰਕੇ ਤੁਰਾਂਗੀ? ਹੁਣ ਤਾਂ ਸਾਰਿਆਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਤੇਰਾ ਰਿਸ਼ਤਾ ਉਸਦੇ ਘਰੋਂ ਆਉਣ ਵਾਲਾ ਨਹੀਂ। ਤੂੰ ਸਾਨੂੰ ਕਿਸੇ ਜੋਗਾ ਨਹੀਂ ਛੱਡਿਆ। ਤੂੰ ਜਿਸ ਤਰ੍ਹਾਂ ਮੇਰੀ ਤੇ ਆਪਣੇ ਭਰਾ ਦੀ ਬਦਨਾਮੀ ਕਰਵਾਈ ਹੈ, ਹੁਣ ਕਿਤੇ ਵੀ ਤੇਰਾ ਰਿਸ਼ਤਾ ਨਹੀਂ ਹੋਵੇਗਾ। ਜੇਕਰ ਤੇਰੇ ਭਰਾ ਨੂੰ ਇਹ ਪਤਾ ਲੱਗੇਗਾ ਕਿ ਸੰਦੀਪ ਦੇਸ਼ ਛੱਡ ਕੇ ਚਲਾ ਗਿਆ ਹੈ ਤਾਂ ਪਤਾ ਨਹੀਂ ਕੀ ਹੋਵੇਗਾ, ਕਿਉਂਕਿ ਉਹ ਮੇਰੇ ਕਹਿਣ ਤੇ ਮੰਨਿਆ ਸੀ ਇਸ ਵਿਆਹ ਲਈ। ਹੁਣ ਮੈਂ ਉਸ ਨੂੰ ਕੀ ਜਵਾਬ ਦੇਵਾਂਗੀ? ਇਹ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਵੀਰੇ ਤੋਂ ਬਹੁਤ ਡਰ ਲੱਗ ਰਿਹਾ ਸੀ, ਕਿਉਂਕਿ ਮੇਰਾ ਵੀਰਾ ਪਹਿਲਾਂ ਤੋਂ ਹੀ ਸੰਦੀਪ ਨਾਲ ਨਫ਼ਰਤ ਕਰਦਾ ਸੀ ਤੇ ਹੁਣ ਇਹ ਗੱਲ ਹੋ ਗਈ। ਜਦੋਂ ਵੀਰਾ ਸ਼ਾਮ ਨੂੰ ਘਰ ਆਇਆ ਤਾਂ ਮੇਰੀ ਮਾਂ ਨੇ ਵੀਰੇ ਦੇ ਸਾਹਮਣੇ ਜਾ ਕੇ ਕਿਹਾ ਕਿ ਸੋਨਲ ਲਈ ਕਿਸੇ ਹੋਰ ਜਗ੍ਹਾ ਰਿਸ਼ਤਾ ਦੇਖਣਾ ਸ਼ੁਰੂ ਕਰ। ਸੰਦੀਪ ਦੇਸ਼ ਛੱਡ ਕੇ ਭੱਜ ਗਿਆ ਹੈ। ਵੀਰੇ ਨੇ ਕਿਹਾ, ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਉਹ ਮੁੰਡਾ ਠੀਕ ਨਹੀਂ ਹੈ, ਪਰ ਤੁਸੀਂ ਮੇਰੀ ਇੱਕ ਗੱਲ ਨਾ ਮੰਨੀ। ਮੈਂ ਆਪਣੇ ਦੋਸਤ ਨਾਲ ਰਿਸ਼ਤਾ ਕਰਨਾ ਚਾਹੁੰਦਾ ਸੀ, ਪਰ ਤੁਸੀਂ ਮੰਨੇ ਨਾ। ਹੁਣ ਮੇਰਾ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ। ਤੁਸੀਂ ਉਸ ਦਾ ਰਿਸ਼ਤਾ ਕਿਤੇ ਮਰਜ਼ੀ ਕਰੋ। ਵੀਰਾ ਗੁੱਸੇ ਹੋ ਕੇ ਘਰੋਂ ਬਾਹਰ ਨਿਕਲ ਗਿਆ। ਮੇਰੀ ਮਾਂ ਵੀ ਰੋਣ ਬੈਠ ਗਈ। ਮੇਰੇ ਕਰਕੇ ਵੀਰੇ ਨੇ ਕਈ ਦਿਨ ਤੱਕ ਗੱਲ ਨਾ ਕੀਤੀ। ਮੈਂ ਜਿੰਨਾ ਰੋ ਸਕਦੀ ਸੀ ਰੋਈ ਤੇ ਦੁਆਵਾਂ ਮੰਗ ਰਹੀ ਸੀ ਕਿ ਭਗਵਾਨ ਮੇਰੇ ਲਈ ਕੋਈ ਨਾ ਕੋਈ ਰਿਸ਼ਤਾ ਭੇਜ ਦੇਵੇ।
मैं इस घरों विदा होके चली जावां क्योंकि हुण मैं अपने वीरे ते मां ते बोझ बन चुकी सी। ਉਹ ਮੈਨੂੰ ਆਪਣੀ ਜ਼ਿੰਮੇਵਾਰੀ ਨਹੀਂ ਸਗੋਂ ਬੋਝ ਸਮਝਣ ਲੱਗੇ ਸੀ ਤੇ ਆਪਣੇ ਸਿਰ ਤੋਂ ਇਹ ਬੋਝ ਉਤਾਰਨਾ ਚਾਹੁੰਦੇ ਸੀ। ਮੇਥੋਂ ਗਲਤੀ ਹੋਈ ਸੀ ਕਿ ਮੈਂ ਸੰਦੀਪ ਨੂੰ ਪਸੰਦ ਕੀਤਾ, ਪਰ ਮੇਥੋਂ ਕੋਈ ਗੁਨਾਹ ਨਹੀਂ ਹੋਇਆ ਸੀ ਜਿਸ ਦੀ ਸਜ਼ਾ ਮੈਨੂੰ ਇਹ ਲੋਕ ਦੇ ਰਹੇ ਸੀ ਕਿ ਮੇਰੇ ਨਾਲ ਸਾਰੇ ਰਿਸ਼ਤੇ ਹੀ ਖਤਮ ਕਰ ਰਹੇ ਸੀ। ਹੁਣ ਸਾਡੇ ਘਰ ਦਾ ਮਾਹੌਲ ਬਦਲ ਚੁੱਕਿਆ ਸੀ। ਵੀਰਾ ਤੇ ਮੇਰੀ ਮਾਂ ਦੇ ਚਿਹਰੇ ਤੇ ਇੱਕਦਮ ਚੁੱਪੀ ਛਾ ਗਈ ਸੀ ਕਿਉਂਕਿ ਮੇਰੇ ਕਰਕੇ ਉਹਨਾਂ ਦੇ ਰਿਸ਼ਤੇਦਾਰਾਂ 'ਚ ਬਹੁਤ ਬਦਨਾਮੀ ਹੋ ਚੁੱਕੀ ਸੀ। ਮੈਂ ਦਿਨ ਰਾਤ ਰੋਂਦੀ ਰਹਿੰਦੀ ਸੀ। ਇੱਕ ਦਿਨ ਸਾਡੇ ਘਰ ਦੇ ਦਰਵਾਜ਼ੇ ਤੇ ਇੱਕ ਗੁੰਗਾ ਮੁੰਡਾ ਆਇਆ ਤੇ ਉਸਨੇ ਆਂਦੇ ਹੀ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਲੜਕਾ ਖੜਾ ਸੀ ਤੇ ਇਸ਼ਾਰਿਆਂ ਨਾਲ ਖਾਣਾ ਮੰਗ ਰਿਹਾ ਸੀ ਤੇ ਇਸ ਸਮੇਂ ਮੈਂ ਆਪਣੇ ਲਈ ਖਾਣਾ ਲੈ ਕੇ ਬੈਠੀ ਸੀ। ਮੈਂ ਉਹ ਖਾਣਾ ਉਸ ਮੁੰਡੇ ਨੂੰ ਦੇ ਦਿੱਤਾ। ਮੈਂ ਸੋਚਿਆ ਕਿ ਸ਼ਾਇਦ ਭਗਵਾਨ ਮੇਰੀ ਇਸੇ ਨੇਕੀ ਤੋਂ ਖੁਸ਼ ਹੋ ਜਾਵੇ ਤੇ ਮੇਰੇ ਲਈ ਕੋਈ ਰਿਸ਼ਤਾ ਭੇਜ ਦੇਵੇ। ਮੈਂ ਉਸ ਮੁੰਡੇ ਨੂੰ ਕਿਹਾ ਕਿ ਤੂੰ ਬਹੁਤ ਹੀ ਨੌਜਵਾਨ ਤੇ ਖੂਬਸੂਰਤ ਹੈ ਤੇ ਮੇਰੇ ਲਈ ਭਗਵਾਨ ਨੂੰ ਦੁਆ ਕਰ ਕਿ ਉਹ ਮੇਰੀ ਦੁਆ ਸੁਣ ਲਵੇ। ਉਸਨੇ ਮੈਨੂੰ ਇਸ਼ਾਰੇ 'ਚ ਕਿਹਾ ਕਿ ਠੀਕ ਹੈ, ਮੈਂ ਤੇਰੇ ਲਈ ਦੁਆ ਕਰਾਂਗਾ। ਮੈਂ ਉਸ ਮੁੰਡੇ ਨਾਲ ਗੱਲ ਕਰ ਰਹੀ ਸੀ ਤਾਂ ਉਦੋਂ ਸਾਡੇ ਮੁਹੱਲੇ ਦੀ ਕੁੜੀ ਜਿਸ ਨਾਲ ਮੈਂ ਆਪਣੇ ਦਿਲ ਦੀ ਹਰ ਗੱਲ ਕਰਦੀ ਸੀ, ਉਹ ਆਪਣੇ ਦਰਵਾਜ਼ੇ ਦੇ ਸਾਹਮਣੇ ਖੜੀ ਸਬਜ਼ੀ ਵਾਲੇ ਤੋਂ ਸਬਜ਼ੀ ਲੈ ਰਹੀ ਸੀ। ਮੈਨੂੰ ਉਸ ਮੁੰਡੇ ਨਾਲ ਗੱਲਾਂ ਕਰਦੇ ਦੇਖ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਸੋਨਲ ਕੀ ਗੱਲ ਹੈ। ਮੈਂ ਕਿਹਾ ਕੁਝ ਨਹੀਂ ਰਾਣੀ, ਬਸ ਇਸ ਵਿਚਾਰੇ ਗੁੰਗੇ ਤੋਂ ਦੁਆ ਕਰਵਾ ਰਹੀ ਸੀ ਉੱਪਰ ਵਾਲੇ ਅੱਗੇ। ਇਸ ਤਰ੍ਹਾਂ ਦੇ ਲੋਕਾਂ ਦੀ ਦੁਆ ਭਗਵਾਨ ਜਲਦੀ ਸੁਣਦੇ ਹਨ। ਰਾਣੀ ਨੂੰ ਸੰਦੀਪ ਬਾਰੇ ਸਭ ਕੁਝ ਪਤਾ ਸੀ ਤੇ ਉਸ ਨੂੰ ਸਾਡੇ ਘਰ ਦੇ ਮਾਹੌਲ ਦਾ ਵੀ ਪਤਾ ਸੀ। ਰਾਣੀ ਮੇਰੇ ਭਰਾ ਨੂੰ ਬਹੁਤ ਪਸੰਦ ਕਰਦੀ ਸੀ ਤੇ ਮੇਰੇ ਭਰਾ ਨਾਲ ਵਿਆਹ ਕਰਨਾ ਚਾਹੁੰਦੀ ਸੀ। ਉਹ ਸਾਡੇ ਘਰ ਜ਼ਿਆਦਾਤਰ ਆਉਂਦੀ ਜਾਂਦੀ ਰਹਿੰਦੀ ਸੀ। ਮੇਰੀ ਮਾਂ ਨਾਲ ਤਾਂ ਉਸਦੀ ਕੁਝ ਖਾਸ ਨਹੀਂ ਬਣਦੀ ਸੀ ਕਿਉਂਕਿ ਮੇਰੀ ਮਾਂ ਨੂੰ ਉਹ ਬਿਲਕੁਲ ਪਸੰਦ ਨਹੀਂ ਸੀ, ਇਸ ਲਈ ਉਹ ਮੇਰੇ ਕੋਲ ਆ ਜਾਇਆ ਕਰਦੀ ਸੀ ਤਾਂ ਜੋ ਉਹ ਕਿਸੇ ਬਹਾਨੇ ਵੀਰੇ ਨੂੰ ਦੇਖ ਸਕੇ। ਜਦੋਂ ਗੁੰਗਾ ਮੁੰਡਾ ਉੱਥੋਂ ਚਲਾ ਗਿਆ ਤਾਂ ਰਾਣੀ ਮੈਨੂੰ ਕਹਿਣ ਲੱਗੀ, ਸੋਨਲ ਕੀ ਸੋਚ ਰਹੀ ਹੈ? ਮੈਂ ਰਾਣੀ ਨੂੰ ਕਿਹਾ, ਮੈਂ ਇਹੀ ਸੋਚ ਰਹੀ ਹਾਂ ਕਿ ਮੇਰੀ ਪ੍ਰਾਰਥਨਾ ਜਲਦੀ ਸੁਣ ਲਈ ਜਾਵੇ। ਕਹਿਣ ਲੱਗੀ, ਉੱਪਰ ਵਾਲਾ ਕਿਉਂ ਨਹੀਂ ਸੁਣੇਗਾ? ਇਹ ਵਿਚਾਰਾ ਗੁੰਗਾ ਹੈ ਤੇ ਕਿੰਨਾ ਖੂਬਸੂਰਤ ਨੌਜਵਾਨ ਹੈ। ਤੈਨੂੰ ਪਤਾ ਹੈ ਮੁਹੱਲੇ ਦੀਆਂ ਅੱਧੀਆਂ ਕੁੜੀਆਂ ਇਸ ਨੂੰ ਦੇਖਣ ਦੇ ਬਹਾਨੇ ਭੀਖ ਲੈ ਕੇ ਆਉਂਦੀਆਂ ਹਨ। ਇਹ ਮੁੰਡਾ ਹਰ ਸ਼ਨੀਵਾਰ ਨੂੰ ਇਸ ਮੁਹੱਲੇ ਦਾ ਚੱਕਰ ਲਗਾਉਂਦਾ ਹੈ ਤੇ ਸਾਰੀਆਂ ਕੁੜੀਆਂ ਇਸ ਨੂੰ ਦੇਖਣ ਲੱਗ ਜਾਂਦੀਆਂ ਹਨ। ਅਸੀਂ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਜਦੋਂ ਵੀਰਾ ਮੋਟਰਸਾਈਕਲ ਤੇ ਆਇਆ ਤੇ ਸਾਨੂੰ ਦੋਵਾਂ ਨੂੰ ਦਰਵਾਜ਼ੇ ਤੇ ਖੜਾ ਦੇਖ ਕੇ ਗੁੱਸਾ ਕਰਨ ਲੱਗਿਆ। ਮੈਂ ਆਪਣੇ ਘਰ ਚਲੀ ਗਈ ਤੇ ਰਾਣੀ ਵੀ ਵੀਰੇ ਨੂੰ ਦੇਖਤੇ ਦੇਖਤੇ ਆਪਣੇ ਘਰ ਚਲੀ ਗਈ। ਵੀਰਾ ਸਿੱਧਾ ਮੇਰੀ ਮਾਂ ਦੇ ਕਮਰੇ ਚਲਾ ਗਿਆ ਤੇ ਮੇਰੀ ਮਾਂ ਨਾਲ ਹੌਲੀ-ਹੌਲੀ ਗੱਲਾਂ ਕਰ ਰਿਹਾ ਸੀ। ਮੈਂ ਦਰਵਾਜ਼ੇ ਕੋਲ ਹੀ ਖੜੀ ਸੀ ਤਾਂ ਜੋ ਉਹਨਾਂ ਦੀਆਂ ਗੱਲਾਂ ਸੁਣ ਸਕਾਂ। ਵੀਰਾ ਤੇ ਮਾਂ ਆਪਸ ਵਿੱਚ ਗੱਲਾਂ ਕਰ ਰਹੇ ਸੀ ਪਰ ਉਹ ਕੀ ਕਹਿ ਰਹੇ ਸੀ ਮੈਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ ਕਿਉਂਕਿ ਉਹ ਦੋਵੇਂ ਕਮਰੇ ਦੇ ਅੰਦਰ ਬੈਠੇ ਸੀ ਤੇ ਮੈਂ ਬਾਹਰ ਖੜੀ ਸੀ। ਮੈਂ ਦਿਲ ਹੀ ਦਿਲ ਸੋਚ ਰਹੀ ਸੀ ਕਿ ਸ਼ਾਇਦ ਦੁਆ ਕਰਵਾਈ ਹੈ ਉਹ ਪੂਰੀ ਹੋਣ ਜਾ ਰਹੀ ਹੋਵੇ। ਮੈਨੂੰ ਪੂਰਾ ਯਕੀਨ ਸੀ ਕਿ ਵੀਰਾ ਮੇਰੇ ਰਿਸ਼ਤੇ ਦੀ ਹੀ ਗੱਲ ਕਰ ਰਿਹਾ ਹੋਵੇਗਾ, ਨਹੀਂ ਤਾਂ ਵੀਰਾ ਇੰਨੀ ਹੌਲੀ ਗੱਲ ਨਾ ਕਰਦਾ। ਕੁਝ ਦੇਰ ਬਾਅਦ ਮੈਂ ਰਾਣੀ ਦੇ ਘਰ ਗਈ। ਜਿਵੇਂ ਹੀ ਮੈਂ ਰਾਣੀ ਦੇ ਘਰੋਂ ਨਿਕਲੀ ਤਾਂ ਗੁਆਂਢੀਆਂ ਦੇ ਦਰਵਾਜ਼ੇ ਤੇ ਉਹ ਗੁੰਗਾ ਮੁੰਡਾ ਬੈਠਾ ਸੀ ਜਿੱਥੇ 4 ਕੁੜੀਆਂ ਹੋਰ ਵੀ ਖੜੀਆਂ ਸਨ। ਇਹ ਦੇਖ ਮੈਂ ਰਾਣੀ ਦੇ ਘਰੋਂ ਨਿਕਲ ਜਲਦੀ ਆਪਣੇ ਘਰੇ ਚਲੀ ਗਈ ਕਿਉਂਕਿ ਮੈਨੂੰ ਯਕੀਨ ਸੀ ਕਿ ਉਹ ਗੁੰਗਾ ਮੁੰਡਾ ਦਰਵਾਜ਼ੇ ਤੇ ਚੱਕਰ ਜ਼ਰੂਰ ਲਗਾਏਗਾ। ਆਖਿਰ ਉਸਦੀ ਦੁਆ ਜੋ ਰੰਗ ਲਈ ਸੀ। ਮੈਂ ਇਹੀ ਸੋਚ ਕੇ ਗੁੰਗੇ ਮੁੰਡੇ ਦੇ ਇੰਤਜ਼ਾਰ 'ਚ ਖੜੀ ਸੀ। ਜਦੋਂ ਉਹ ਆਇਆ ਤਾਂ ਮੈਂ ਉਸ ਨੂੰ ਪੂਰੇ 1000 ਦਾ ਨੋਟ ਦਿੱਤਾ ਤੇ ਇਸ਼ਾਰੇ 'ਚ ਕਿਹਾ, ਤੇਰੀ ਦੁਆ ਦਾ ਹੀ ਅਸਰ ਹੈ ਜੋ ਮੇਰੇ ਨਾਲ ਚੰਗਾ ਹੋ ਰਿਹਾ ਹੈ। ਉਹ 1000 ਦਾ ਨੋਟ ਦੇਖ ਕੇ ਖੁਸ਼ ਹੋ ਗਿਆ ਤੇ ਹੱਥ ਉਠਾ ਕੇ ਦੁਆ ਮੰਗਦਾ ਹੋਇਆ ਉੱਥੋਂ ਚਲਾ ਗਿਆ। ਮੇਰੇ ਨਾਲ ਕਾਫੀ ਹੱਦ ਤੱਕ ਚੰਗਾ ਹੋ ਗਿਆ ਸੀ। ਇਸ ਗੱਲ ਨੂੰ ਤਕਰੀਬਨ 3 ਮਹੀਨੇ ਲੰਘ ਗਏ ਸੀ। ਉਹ ਮੁੰਡਾ ਸਾਡੇ ਮੁਹੱਲੇ 'ਚ ਨਾ ਆਇਆ
ਇੱਕ ਦਿਨ ਮੈਂ ਮਾਂ ਕੋਲ ਬੈਠੀ ਸੀ ਜਦੋਂ ਮੇਰੀ ਮਾਂ ਮੈਨੂੰ ਸ਼ਿਕਾਇਤ ਕਰ ਰਹੀ ਸੀ ਕਿ ਅੱਜਕੱਲ ਤੇਰੇ ਰਿਸ਼ਤੇ ਲਈ ਤੇਰਾ ਭਰਾ ਤੇ ਮੈਂ ਬਹੁਤ ਪਰੇਸ਼ਾਨ ਹਾਂ। ਜੇਕਰ ਤੂੰ ਉਹ ਰਿਸ਼ਤਾ ਨਾ ਠੁਕਰਾਉਂਦੀ ਤਾਂ ਚੰਗਾ ਹੁੰਦਾ। ਅਜੇ ਮੇਰੀ ਮਾਂ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਵੀਰਾ ਮੇਰੀ ਮਾਂ ਕੋਲ ਕੁਝ ਸਮਾਨ ਲੈ ਕੇ ਆਇਆ, ਜਿਸ 'ਚ ਇੱਕ ਲਾਲ ਜੋੜਾ ਤੇ ਕੁਝ ਮਿਠਾਈ ਦੇ ਡੱਬੇ ਸਨ। ਵੀਰਾ, ਇਹ ਸਮਾਨ ਕਿਉਂ ਲਿਆਏ ਸੀ? ਵੀਰੇ ਨੇ ਮਾਂ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਜਲਦੀ ਦੇਣੇ ਸੋਨਲ ਨੂੰ ਤਿਆਰ ਕਰ ਦੋ, ਮੈਂ ਮੁੰਡਾ ਦੇਖ ਲਿਆ ਹੈ। ਮਾਂ ਨੇ ਕਿਹਾ ਚੰਗਾ ਪੁੱਤ, ਮੈਂ ਹੁਣੇ ਉਸ ਨੂੰ ਤਿਆਰ ਕਰਦੀ ਹਾਂ। ਉਹ ਮੁੰਡਾ ਮੰਨ ਗਿਆ। ਚਲੋ ਸ਼ੁਕਰ ਹੈ। ਮਾਂ ਨੇ ਮੈਨੂੰ ਕਿਹਾ ਇਹ ਜੋੜਾ ਪਾ ਲੈ। ਮੈਂ ਕੁਝ ਵੀ ਨਾ ਬੋਲ ਸਕੀ ਕਿ ਮੇਰਾ ਵਿਆਹ ਕਿਸ ਨਾਲ ਹੋਣ ਜਾ ਰਿਹਾ ਹੈ ਤੇ ਮੈਨੂੰ ਕੁਝ ਵੀ ਨਹੀਂ ਪਤਾ ਸੀ। ਕੁਝ ਵੀ ਪੁੱਛਣ ਦਾ ਹੱਕ ਮੈਂ ਪਹਿਲਾਂ ਹੀ ਗਵਾ ਚੁੱਕੀ ਸੀ। ਹੁਣ ਤਾਂ ਮੈਂ ਸੋਚ ਲਿਆ ਸੀ ਕਿ ਜਿਸ ਨਾਲ ਵੀ ਵੀਰਾ ਮੇਰਾ ਵਿਆਹ ਕਰੇਗਾ ਮੈਂ ਚੁੱਪਚਾਪ ਕਰ ਲਵਾਂਗੀ। ਵੀਰਾ ਮੇਰਾ ਵਿਆਹ ਇੱਕਦਮ ਸਿੱਧੇ ਸਾਦੇ ਤਰੀਕੇ ਨਾਲ ਕਰਨ ਵਾਲਾ ਸੀ। ਮੇਰੀ ਮਾਂ ਤੇ ਵੀਰਾ ਬਹੁਤ ਖੁਸ਼ ਸਨ। ਇਸ ਲਈ ਮੈਨੂੰ ਲੱਗਿਆ ਸ਼ਾਇਦ ਇਸ ਵਾਰ ਪਹਿਲਾਂ ਤੋਂ ਜ਼ਿਆਦਾ ਚੰਗਾ ਰਿਸ਼ਤਾ ਵੀਰਾ ਮੇਰੇ ਲਈ ਲਿਆਇਆ ਹੋਵੇਗਾ। ਥੋੜੀ ਦੇਰ ਬਾਅਦ ਕੁਝ ਲੋਕ ਸਾਡੇ ਘਰ ਆਏ ਤਾਂ ਵੀਰੇ ਨੇ ਉਹਨਾਂ ਨੂੰ ਬੈਠਣ ਨੂੰ ਕਿਹਾ ਤੇ ਫਿਰ ਚਾਹ ਪਾਣੀ ਦਿੱਤਾ, ਕਿਉਂਕਿ ਉਹ 10 ਹੀ ਜਾਣੇ ਆਏ ਸੀ। ਇਸ ਤੋਂ ਬਾਅਦ ਵੀਰਾ ਤੇ ਮੇਰੀ ਮਾਂ ਮੈਨੂੰ ਉਹਨਾਂ ਦੇ ਸਾਹਮਣੇ ਲੈ ਕੇ ਗਏ, ਜਿੱਥੇ ਮੇਰਾ ਹੋਣ ਵਾਲਾ ਪਤੀ ਤੇ ਬਾਕੀ ਮਹਿਮਾਨ ਬੈਠੇ ਹੋਏ ਸਨ। ਸਾਨੂੰ ਹੁਣ ਬਸ ਪੰਡਿਤ ਦਾ ਇੰਤਜ਼ਾਰ ਸੀ। ਮੈਂ ਇੱਕ ਨਜ਼ਰ ਉਠਾ ਕੇ ਵੀ ਆਪਣੇ ਪਤੀ ਨੂੰ ਨਹੀਂ ਦੇਖਿਆ, ਕਿਉਂਕਿ ਜਿਹੋ ਜਿਹਾ ਵੀ ਸੀ ਹੁਣ ਮੈਨੂੰ ਮਨਜ਼ੂਰ ਸੀ। ਸੰਦੀਪ ਦੇ ਧੋਖੇ ਤੋਂ ਬਾਅਦ ਮੈਂ ਆਪਣੀ ਮਾਂ ਤੇ ਵੀਰੇ ਨੂੰ ਕਿਸੇ ਲਈ ਵੀ ਮਨਾ ਕਰਨ ਦੇ ਬਾਰੇ ਸੋਚ ਨਹੀਂ ਸਕਦੀ ਸੀ। ਮੇਰਾ ਵਿਆਹ ਹੋ ਰਿਹਾ ਸੀ। ਉਸ ਸਮੇਂ ਮੈਨੂੰ ਸੰਦੀਪ ਦੀ ਬਹੁਤ ਯਾਦ ਆਈ, ਕਿਉਂਕਿ ਮੈਂ ਸੰਦੀਪ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਮੈਂ ਆਪਣੀ ਸਾਰੀ ਜ਼ਿੰਦਗੀ ਸੰਦੀਪ ਨਾਲ ਗੁਜ਼ਾਰਨ ਦੀ ਸੋਚੀ ਸੀ। ਭਾਵੇਂ ਸੰਦੀਪ ਦਾ ਪਿਆਰ ਮੇਰੇ ਲਈ ਝੂਠਾ ਸੀ, ਪਰ ਮੇਰੀ ਮੁਹੱਬਤ ਸੱਚੀ ਸੀ। ਅੱਜ ਜੇਕਰ ਸੰਦੀਪ ਮੇਰੇ ਨਾਲ ਵਿਆਹ ਕਰ ਲੈਂਦਾ ਤਾਂ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦੀ, ਪਰ ਉਹ ਤਾਂ ਮੈਨੂੰ ਧੋਖਾ ਦੇ ਕੇ ਭੱਜ ਗਿਆ ਸੀ। ਥੋੜੀ ਦੇਰ ਬਾਅਦ ਪੰਡਿਤ ਜੀ ਆਏ, ਜਿਨ੍ਹਾਂ ਨੇ ਸਾਡਾ ਵਿਆਹ ਕਰਵਾਇਆ। ਵਿਆਹ ਹੋ ਜਾਣ ਤੋਂ ਬਾਅਦ ਸਾਰੇ ਲੋਕ ਉੱਥੋਂ ਚਲੇ ਗਏ, ਸਿਵਾਏ ਮੇਰੇ ਪਤੀ ਦੇ। ਕੁਝ ਦੇਰ ਬਾਅਦ ਮਾਂ ਨੇ ਮੈਨੂੰ ਗਲੇ ਲਗਾਇਆ ਤੇ ਸਿਰਫ ਇੰਨਾ ਕਿਹਾ, ਮੈਂ ਤੇਰੇ ਨਾਲ ਚੰਗਾ ਨਹੀਂ ਕੀਤਾ। ਮੈਂ ਮਾਂ ਨੂੰ ਕਿਹਾ ਕਿ ਮਾਂ, ਤੁਹਾਡੀ ਕੋਈ ਗਲਤੀ ਨਹੀਂ ਹੈ। ਜੋ ਗਲਤੀ ਹੈ ਸਭ ਮੇਰੀ ਹੈ। ਮੈਂ ਆਪਣੀ ਹੀ ਗਲਤੀ ਦੀ ਸਜ਼ਾ ਭੁਗਤ ਰਹੀ ਹਾਂ। ਤੁਹਾਨੂੰ ਮਾਫੀ ਮੰਗਣ ਦੀ ਕੋਈ ਜ਼ਰੂਰਤ ਨਹੀਂ। ਪਰ ਉਹ ਮੈਨੂੰ ਕੁਝ ਬੋਲ ਨਹੀਂ ਰਹੇ ਸੀ। ਮੈਂ ਆਪਣੇ ਭਰਾ ਨੂੰ ਕਿਹਾ ਕਿ ਵੀਰੇ, ਮੇਰੇ ਦਿਲ 'ਚ ਤੁਹਾਡੇ ਲਈ ਕੋਈ ਗਿਲਾ ਸ਼ਿਕਵਾ ਨਹੀਂ। ਮੈਨੂੰ ਮਾਫ ਕਰ ਦਿਓ। ਮੇਰੇ ਕਰਕੇ ਤੁਹਾਡੀ ਬਹੁਤ ਬਦਨਾਮੀ ਹੋਈ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ। ਇਸ ਤੋਂ ਬਾਅਦ ਵੀਰੇ ਨੇ ਮੈਨੂੰ ਤੇ ਮੇਰੇ ਪਤੀ ਨੂੰ ਇੱਕ ਗੱਡੀ 'ਚ ਬਿਠਾ ਦਿੱਤਾ ਤੇ ਗੱਡੀ ਚੱਲਣ ਲੱਗੀ। ਮੈਨੂੰ ਨਹੀਂ ਪਤਾ ਸੀ ਕਿ ਇਹ ਗੱਡੀ ਕਿੱਥੇ ਜਾ ਰਹੀ ਹੈ, ਕਿਉਂਕਿ ਚਲਦੇ ਚਲਦੇ ਉਹ ਗੱਡੀ ਇੱਕ ਸੁਨਸਾਨ ਜਗ੍ਹਾ ਤੇ ਜਾ ਕੇ ਖੜੀ ਹੋ ਗਈ। ਮੈਂ ਸੋਚ ਰਹੀ ਸੀ ਕਿ ਗੱਡੀ ਇੱਥੇ ਕਿਉਂ ਰੁਕੀ ਹੈ ਤੇ ਅਸੀਂ ਇੱਥੇ ਕਿਉਂ ਆਏ ਹਾਂ। ਮੇਰਾ ਪਤੀ ਗੱਡੀ ਤੋਂ ਉਤਰਿਆ ਤੇ ਬਿਨਾਂ ਕੁਝ ਬੋਲੇ ਗੱਡੀ ਦਾ ਦਰਵਾਜ਼ਾ ਖੋਲ ਦਿੱਤਾ। ਮੈਂ ਗੱਡੀ ਤੋਂ ਉਤਰੀ ਤਾਂ ਮੈਨੂੰ ਉਹ ਇੱਕ ਝੌਂਪੜੀ 'ਚ ਲੈ ਗਿਆ, ਜਿੱਥੇ ਇੱਕ ਛੋਟਾ ਜਿਹਾ ਘਰ ਸੀ। ਇਹ ਦੇਖ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਮੇਰਾ ਭਰਾ ਤੇ ਮੇਰੀ ਮਾਂ ਨੇ ਮੈਨੂੰ ਇੱਕ ਝੌਂਪੜੀ 'ਚ ਰਹਿਣ ਵਾਲੇ ਨਾਲ ਵਿਆਹ ਦਿੱਤਾ। ਕਿ ਉਹ ਮੈਥੋਂ ਇੰਨਾ ਤੰਗ ਆ ਗਏ ਸੀ। ਮੈਂ ਆਪਣੀ ਕਿਸਮਤ ਤੇ ਰੋ ਰਹੀ ਸੀ। ਇਸ ਝੌਂਪੜੀ 'ਚ ਇੰਨਾ ਜ਼ਿਆਦਾ ਹਨੇਰਾ ਸੀ ਕਿ ਮੈਨੂੰ ਉੱਥੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਹ ਦੇਖ ਕੇ ਮੇਰਾ ਪਤੀ ਇੱਕ ਮੋਮਬੱਤੀ ਤੇ ਇੱਕ ਮਾਚਿਸ ਲਿਆਇਆ ਤੇ ਜਿਵੇਂ ਹੀ ਮੋਮਬੱਤੀ ਜਗਾਈ, ਕਮਰੇ 'ਚ ਹਲਕੀ ਹਲਕੀ ਰੋਸ਼ਨੀ ਹੋ ਗਈ। ਉਸ ਮੁੰਡੇ ਨੂੰ ਦੇਖ ਕੇ ਤਾਂ ਮੇਰੀ ਜਾਨ ਹੀ ਨਿਕਲ ਗਈ, ਕਿਉਂਕਿ ਇਹ ਤਾਂ ਉਹੀ ਗੁੰਗਾ ਲੜਕਾ ਸੀ ਜੋ ਅਕਸਰ ਮੁਹੱਲੇ 'ਚ ਆਉਂਦਾ ਹੁੰਦਾ ਸੀ। ਮੈਂ ਇੱਕ ਵਾਰ ਉਸ ਨੂੰ ਕਹਿ ਕੇ ਦੁਆ ਕਰਵਾਈ ਸੀ ਕਿ ਮੇਰਾ ਵਿਆਹ ਜਲਦੀ ਹੋ ਜਾਵੇ। ਉਹੀ ਮੁੰਡਾ ਜਿਸ ਤੇ ਪੂਰੇ ਮੁਹੱਲੇ ਦੀਆਂ ਕੁੜੀਆਂ ਮਰਦੀਆਂ ਸਨ। ਮੈਂ ਉਸ ਨੂੰ ਦੇਖ ਕੇ ਕਿਹਾ ਕਿ ਤੂੰ ਮੇਰਾ ਪਤੀ ਹੈ, ਤਾਂ ਉਸਨੇ ਇਸ਼ਾਰੇ 'ਚ ਕਿਹਾ, ਹਾਂ ਮੈਂ ਹੀ ਤੇਰਾ ਪਤੀ ਹਾਂ। ਤੇ ਉਸਨੇ ਮੈਨੂੰ ਕਾਪੀ ਤੇ ਲਿਖ ਕੇ ਦੱਸਿਆ, ਜਿਸ ਦਿਨ ਤੂੰ ਮੈਨੂੰ ਦੁਆ ਕਰਵਾਉਣ ਲਈ ਆਪਣੇ ਦਰਵਾਜ਼ੇ ਤੇ ਰੋਕਿਆ ਸੀ, ਉਸ ਦਿਨ ਤੇਰੇ ਭਰਾ ਨੇ ਸਾਨੂੰ ਦੋਵਾਂ ਨੂੰ ਦੇਖ ਲਿਆ ਸੀ। ਤੇਰੇ ਭਰਾ ਨੇ ਮੈਨੂੰ ਤੇਰਾ ਆਸ਼ਿਕ ਸਮਝ ਲਿਆ ਸੀ।
ਉਸਨੇ ਤੈਨੂੰ ਤਾਂ ਕੁਝ ਨਹੀਂ ਕਿਹਾ, ਪਰ ਮੈਨੂੰ ਬਹੁਤ ਜ਼ਿਆਦਾ ਮਾਰਿਆ ਤੇ ਕਹਿਣ ਲੱਗਿਆ ਕਿ ਤੇਰੀ ਹਿੰਮਤ ਕਿਵੇਂ ਹੋਈ ਸਾਡੇ ਦਰਵਾਜ਼ੇ ਤੇ ਆਉਣ ਦੀ। ਮੈਂ ਉਸਨੂੰ ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤੇਰਾ ਆਸ਼ਿਕ ਨਹੀਂ ਆ, ਪਰ ਉਸਨੂੰ ਯਕੀਨ ਨਾ ਆਇਆ। ਉਸਨੂੰ ਲੱਗਿਆ ਕਿ ਮੈਂ ਭੇਸ ਬਦਲ ਕੇ ਆਇਆ ਹਾਂ ਤੇ ਤੇਰੇ ਨਾਲ ਗੱਲ ਕਰਨ ਲਈ। ਉਸਨੇ ਮੈਨੂੰ ਕਿਹਾ ਕਿ ਜੇਕਰ ਇਹ ਗੱਲ ਹੈ ਤਾਂ ਤੂੰ ਮੇਰੀ ਭੈਣ ਨਾਲ ਵਿਆਹ ਕਰ ਲੈ। ਮੈਂ ਕਿਹਾ ਮੈਂ ਵਿਆਹ ਨਹੀਂ ਕਰ ਸਕਦਾ, ਤੂੰ ਆਪਣੀ ਭੈਣ ਦੀ ਜ਼ਿੰਦਗੀ ਬਰਬਾਦ ਨਾ ਕਰ। ਤਾਂ ਉਹ ਕਹਿਣ ਲੱਗਿਆ ਕਿ ਜੇਕਰ ਤੂੰ ਮੇਰੀ ਭੈਣ ਨਾਲ ਵਿਆਹ ਨਾ ਕੀਤਾ ਤਾਂ ਮੈਂ ਤੈਨੂੰ ਤੇ ਆਪਣੀ ਭੈਣ ਦੋਵਾਂ ਨੂੰ ਮਾਰ ਦੇਵਾਂਗਾ। ਮੈਂ ਸਿਰਫ ਤੇਰੀ ਜਾਨ ਬਚਾਉਣ ਲਈ ਤੇਰੇ ਨਾਲ ਵਿਆਹ ਕੀਤਾ। ਮੈਂ ਆਪਣੇ ਪਤੀ ਦਾ ਸ਼ੁਕਰੀਆ ਅਦਾ ਕੀਤਾ ਕਿ ਉਸਨੇ ਮੇਰੀ ਜਾਨ ਬਚਾਉਣ ਖਾਤਰ ਮੇਰੇ ਨਾਲ ਵਿਆਹ ਕਰ ਲਿਆ ਤੇ ਮੇਰੇ ਬਾਰੇ ਇੰਨਾ ਸੋਚਿਆ। ਉਸ ਤੋਂ ਬਾਅਦ ਮੈਂ ਉਸ ਮੁੰਡੇ ਨੂੰ ਹੀ ਆਪਣਾ ਸਭ ਕੁਝ ਮੰਨ ਲਿਆ। ਉਸ ਦੇ ਘਰ ਨੂੰ ਮੈਂ ਬਹੁਤ ਚੰਗੇ ਤਰੀਕੇ ਨਾਲ ਸੰਭਾਲ ਲਿਆ। ਹੁਣ ਜੋ ਕੁਝ ਵੀ ਸੀ ਮੇਰੇ ਲਈ ਉਹੀ ਸੀ, ਕਿਉਂਕਿ ਉਹ ਹੁਣ ਮੇਰਾ ਪਤੀ ਸੀ। ਹੁਣ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਜ਼ਿੰਦਗੀ ਭਰ ਆਪਣੀ ਮਾਂ ਤੇ ਭਰਾ ਕੋਲ ਵਾਪਸ ਨਹੀਂ ਜਾਵਾਂਗੀ। ਕੁਝ ਦਿਨਾਂ ਬਾਅਦ ਮੇਰੀ ਮਾਂ ਤੇ ਵੀਰਾ ਮੈਨੂੰ ਮਿਲਣ ਮੇਰੇ ਘਰ ਆਏ। ਮੈਨੂੰ ਝੌਂਪੜੀ ਦੇਖ ਕੇ ਮੇਰੀ ਮਾਂ ਤੇ ਵੀਰੇ ਦੋਵਾਂ ਦੀਆਂ ਅੱਖਾਂ ਭਰ ਆਈਆਂ। ਮੇਰੇ ਘਰ 'ਚ ਕੋਈ ਵੀ ਸਹੂਲਤ ਨਹੀਂ ਸੀ, ਬਸ ਛੋਟਾ ਜਿਹਾ ਕਮਰਾ ਸੀ ਜੋ ਬਹੁਤ ਹੀ ਪੁਰਾਣਾ ਸੀ। ਮੇਰੀ ਮਾਂ ਤੇ ਵੀਰੇ ਨੂੰ ਅਹਿਸਾਸ ਹੋਇਆ ਕਿ ਮੈਂ ਝੌਂਪੜੀ 'ਚ ਨਹੀਂ ਰਹਿ ਸਕਾਂਗੀ ਤੇ ਉਹਨਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਮੇਰਾ ਵਿਆਹ ਇਸ ਗੂੰਗੇ ਮੁੰਡੇ ਨਾਲ ਕਰਵਾ ਕੇ। ਮੇਰੀ ਮਾਂ ਨੇ ਮੈਨੂੰ ਵਾਪਸ ਜਾਣ ਨੂੰ ਕਿਹਾ। ਉਹਨਾਂ ਕਿਹਾ ਕਿ ਮੈਂ ਤੈਨੂੰ ਇੱਥੇ ਨਹੀਂ ਰਹਿਣ ਦੇਵਾਂਗੀ। ਮੈਨੂੰ ਨਹੀਂ ਪਤਾ ਸੀ ਕਿ ਤੇਰੇ ਭਰਾ ਨੇ ਤੇਰਾ ਵਿਆਹ ਇਸ ਤਰ੍ਹਾਂ ਦੇ ਮੁੰਡੇ ਨਾਲ ਕਰਵਾਇਆ ਹੈ ਜਿਸ ਕੋਲ ਕੁਝ ਵੀ ਨਹੀਂ। ਮੇਰੇ ਨਾਲ ਵਾਪਸ ਚੱਲ। ਪਰ ਮੈਂ ਆਪਣੀ ਮਾਂ ਨੂੰ ਮਨਾ ਕਰ ਦਿੱਤਾ ਤੇ ਕਿਹਾ ਕਿ ਹੁਣ ਇਹੀ ਝੌਂਪੜੀ ਮੇਰਾ ਘਰ ਹੈ, ਮੈਨੂੰ ਇੱਥੇ ਸਕੂਨ ਮਿਲਦਾ ਹੈ, ਇਹ ਮੇਰਾ ਆਪਣਾ ਘਰ ਹੈ। ਵੀਰੇ ਨੇ ਤਾਂ ਇਸ ਨੂੰ ਮੇਰਾ ਆਸ਼ਿਕ ਸਮਝ ਲਿਆ। ਵੀਰੇ ਨੂੰ ਤਾਂ ਮੇਰੇ ਤੇ ਭੋਰਾ ਵੀ ਵਿਸ਼ਵਾਸ ਨਹੀਂ ਸੀ। ਫਿਰ ਮੈਂ ਤੁਹਾਡੇ ਨਾਲ ਵਾਪਸ ਕਿਉਂ ਚੱਲਾਂ? ਮੇਰੀ ਮਾਂ ਤੇ ਵੀਰਾ ਦੋਵੇਂ ਮੈਥੋਂ ਮਾਫੀ ਮੰਗ ਰਹੇ ਸੀ, ਪਰ ਮੈਂ ਹੁਣ ਬਹੁਤ ਖੁਸ਼ ਸੀ। ਮਾਂ ਤੇ ਵੀਰਾ ਦੋਨੋਂ ਵਾਪਸ ਚਲੇ ਗਏ ਤਾਂ ਮੇਰੇ ਪਤੀ ਨੇ ਮੇਰਾ ਸ਼ੁਕਰੀਆ ਅਦਾ ਕੀਤਾ ਕਿ ਤੂੰ ਮੇਰੇ ਨਾਲ ਇਸ ਗਰੀਬ ਖਾਨੇ 'ਚ ਵੀ ਖੁਸ਼ ਹੈ। ਇੱਕ ਦਿਨ ਮੇਰਾ ਪਤੀ ਕਿਸੇ ਕੰਮ ਤੋਂ ਬਾਹਰ ਚਲਾ ਗਿਆ। ਬਾਹਰੋਂ ਮੈਨੂੰ ਕਿਸੇ ਦੀ ਆਵਾਜ਼ ਆਈ, ਮੈਂ 3 ਦਿਨ ਤੋਂ ਭੁੱਖਾ ਹਾਂ, ਮੈਨੂੰ ਖਾਣਾ ਖਵਾ ਦਿਓ। ਮੇਰੇ ਘਰ ਤਾਂ ਕੁਝ ਵੀ ਨਹੀਂ ਸੀ, ਕਿਉਂਕਿ ਮੇਰੇ ਪਤੀ ਨੇ ਵਿਆਹ ਤੋਂ ਬਾਅਦ ਮੰਗਣਾ ਛੱਡ ਦਿੱਤਾ ਸੀ ਤੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸਦੇ ਇਸ ਕੰਮ ਕਰਨ ਵਾਲੀ ਗੱਲ ਨਾਲ ਮੈਂ ਬਹੁਤ ਖੁਸ਼ ਸੀ। ਹਾਲਾਤ ਵੀ ਕੁਝ ਚੰਗੇ ਹੋ ਗਏ ਸੀ, ਕਿਉਂਕਿ ਮੇਰਾ ਪਤੀ ਦਿਲ ਲਗਾ ਕੇ ਮਿਹਨਤ ਕਰ ਰਿਹਾ ਸੀ ਤੇ ਮੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਵੇਂ ਹੀ ਮੈਂ ਭਿਖਾਰੀ ਦੀ ਗੱਲ ਸੁਣੀ ਤੇ ਰਸੋਈ ਵੱਲ ਗਈ ਕਿ ਸ਼ਾਇਦ ਕੁਝ ਖਾਣ ਨੂੰ ਮਿਲ ਜਾਵੇ ਤਾਂ ਮੈਂ ਭਿਖਾਰੀ ਨੂੰ ਦੇ ਦੇਵਾਂ। ਰਸੋਈ 'ਚ ਬਸ ਰਾਤ ਦੀ ਬਚੀ ਹੋਈ ਰੋਟੀ ਪਈ ਸੀ। ਜਦੋਂ ਮੈਂ ਉਹ ਰੋਟੀ ਲੈ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਜਾਨ ਨਿਕਲ ਗਈ, ਕਿਉਂਕਿ ਉਹ ਭਿਖਾਰੀ ਕੋਈ ਹੋਰ ਨਹੀਂ ਸਗੋਂ ਸੰਦੀਪ ਸੀ। ਸੰਦੀਪ ਨੂੰ ਇਸ ਤਰ੍ਹਾਂ ਦੇਖ ਕੇ ਮੈਂ ਹੈਰਾਨ ਹੋ ਗਈ। ਸੰਦੀਪ ਨੇ ਜਦੋਂ ਮੈਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ। ਉਹ ਮੇਰੇ ਪੈਰਾਂ 'ਚ ਡਿੱਗ ਕੇ ਮੈਥੋਂ ਮਾਫੀ ਮੰਗ ਰਿਹਾ ਸੀ ਕਿ ਸੋਨਲ ਮੈਨੂੰ ਮਾਫ ਕਰ ਦੇ, ਮੈਂ ਤੇਰਾ ਗੁਨਾਹਗਾਰ ਹਾਂ। ਤੇਰੇ ਨਾਲ ਧੋਖਾ ਕਰਨ ਤੋਂ ਬਾਅਦ ਹੀ ਮੈਂ ਇਸ ਤਰ੍ਹਾਂ ਦਾ ਹੋ ਗਿਆ। ਮੈਂ ਸੰਦੀਪ ਦੀ ਕੋਈ ਗੱਲ ਸੁਣਨਾ ਨਹੀਂ ਚਾਹੁੰਦੀ ਸੀ ਤੇ ਮੈਂ ਉਸਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਘਰ ਦੇ ਅੰਦਰ ਆ ਗਈ। ਉਹ ਕਹਿ ਰਿਹਾ ਸੀ ਕਿ ਮੈਨੂੰ ਮਾਫ ਕਰ ਦੇ, ਜਦੋਂ ਤੱਕ ਤੂੰ ਮੈਨੂੰ ਮਾਫ ਨਹੀਂ ਕਰੇਂਗੀ ਮੈਂ ਇੱਥੋਂ ਨਹੀਂ ਜਾਵਾਂਗਾ। ਐਨੇ 'ਚ ਮੇਰਾ ਪਤੀ ਘਰ ਆ ਗਿਆ। ਉਸਨੇ ਸੰਦੀਪ ਨੂੰ ਦਰਵਾਜ਼ੇ ਤੇ ਦੇਖ ਕੇ ਉਸਨੂੰ ਸਵਾਲ ਕੀਤਾ ਕਿ ਕੌਣ ਹੈ ਭਾਈ, ਕਿਉਂ ਸਾਡੇ ਦਰਵਾਜ਼ੇ ਤੇ ਬੈਠਾ ਹੈ? ਸੰਦੀਪ ਨੇ ਸਭ ਕੁਝ ਮੇਰੇ ਪਤੀ ਨੂੰ ਦੱਸ ਦਿੱਤਾ ਕਿ ਸੋਨਲ ਤੋਂ ਮੈਂ ਮਾਫੀ ਮੰਗਣਾ ਚਾਹੁੰਦਾ ਹਾਂ। ਮੇਰਾ ਪਤੀ ਘਰ ਦੇ ਅੰਦਰ ਆ ਗਿਆ ਤੇ ਮੈਥੋਂ ਪੁੱਛਣ ਲੱਗਿਆ ਕਿ ਇਹ ਮੁੰਡਾ ਕੌਣ ਹੈ। ਮੈਂ ਆਪਣੇ ਪਤੀ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਕਿ ਇਹ ਉਹੀ ਮੁੰਡਾ ਹੈ ਜਿਸ ਕਰਕੇ ਮੇਰੀ ਜ਼ਿੰਦਗੀ ਬਰਬਾਦ ਹੋ ਗਈ। ਜੇਕਰ ਇਹ ਮੈਨੂੰ ਧੋਖਾ ਨਾ ਦਿੰਦਾ ਤਾਂ ਮੈਂ ਆਪਣੇ ਵੀਰੇ ਘਰ ਇੰਨੀ ਮੁਸ਼ਕਿਲ ਜ਼ਿੰਦਗੀ ਨਾ ਗੁਜ਼ਾਰਦੀ। ਮੈਂ ਕਿੰਨੀ ਤਕਲੀਫ ਸਹੀ, ਕਿੰਨੇ ਤਾਨੇ ਸਹੀ ਇਸ ਕਰਕੇ ਹੀ। ਮੈਂ ਇਸ ਨੂੰ ਕਦੇ ਮਾਫ ਨਹੀਂ ਕਰਾਂਗੀ।
ਮੇਰੇ ਪਤੀ ਨੇ ਕਿਹਾ ਕਿ ਤੈਨੂੰ ਸੰਦੀਪ ਨੂੰ ਮਾਫ ਕਰ ਦੇਣਾ ਚਾਹੀਦਾ ਹੈ, ਕਿਉਂਕਿ ਜੇਕਰ ਸੰਦੀਪ ਇਸ ਤਰ੍ਹਾਂ ਨਾ ਕਰਦਾ ਤਾਂ ਸ਼ਾਇਦ ਆਪਾਂ ਦੋਵੇਂ ਕਦੇ ਵੀ ਇੱਕ ਨਾ ਹੁੰਦੇ। ਜੇਕਰ ਤੇਰੇ ਦਿਲ 'ਚ ਮੇਰੇ ਲਈ ਥੋੜੀ ਜਿਹੀ ਵੀ ਜਗ੍ਹਾ ਹੈ ਤਾਂ ਤੂੰ ਸੰਦੀਪ ਨੂੰ ਮਾਫ ਕਰ ਦੇ। ਮੈਂ ਆਪਣੇ ਪਤੀ ਦੇ ਕਹਿਣ ਤੇ ਸੰਦੀਪ ਨੂੰ ਮਾਫ ਕਰ ਦਿੱਤਾ ਤੇ ਸੰਦੀਪ ਉੱਥੋਂ ਚਲਾ ਗਿਆ। ਇਸ ਤੋਂ ਬਾਅਦ ਮੈਂ ਆਪਣੇ ਪਤੀ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਗੁਜ਼ਾਰ ਰਹੀ ਹਾਂ। ਦੋਸਤੋ, ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ।